ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰਿ ਮਨ ਵਸਤ ਨਾਨਕ ਹੋਤ ਨਿਹਾਲ ਡੰਡਾਉਤ ਬੰਧਨੋ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਲਵਾਓ ਜੀ ਹਾਜ਼ਰੀਆਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ ਕੋਈ ਵੀ ਰਸਨਾ ਵਾਂਝੀ ਨਾ ਰਵੇ ਗੱਜ ਵੱਜ ਕੇ ਸ਼ਰਧਾ ਭਾਵਨਾ ਨਾਲ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਵਾਰ ਧੰਨਵਾਦ ਹੈ, ਸ਼ੁਕਰ ਹੈ। ਸਮੂਹ ਸੰਗਤਾਂ ਦੀਆਂ ਬੇਨਤੀਆਂ ਮੰਨ ਕਰ ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਬਖਸ਼ੇ ਹੈ ਜੀ। ਗੁਰ ਸ਼ਬਦ ਦੀ ਵਿਚਾਰ ਕਰਨ ਸੁਣਨ ਦਾ ਸਮਾਂ ਦਿੱਤਾ ਹੈ। ਮਿਲੀ ਹੋਈ ਜ਼ਿੰਦਗੀ ਨੂੰ, ਸਾਹਾਂ ਨੂੰ ਮਹਾਰਾਜ ਨੇ ਸਭ ਦੀਆਂ ਬੇਨਤੀਆਂ ਸੁਣੀਆਂ। ਅੰਮ੍ਰਿਤ ਵੇਲੇ ਆਪਣੇ ਚਰਨਾਂ 'ਚ ਬਹਿਣ ਦਾ ਸਾਨੂੰ ਸਮਾਂ ਬਖਸ਼ਿਆ ਹੈ। ਜੋ ਵੀ ਤਤ ਬੇਤੇ ਰੱਬ ਦੇ ਪਿਆਰੇ ਸਮੂਹ ਮਾਈ ਭਾਈ ਆਪ ਜੀ ਸਮੇਂ ਦੀ ਕਦਰ ਕਰਦੇ ਹੋਏ ਮਾਲਕ ਦੇ ਬਖਸ਼ੇ ਹੋਏ ਉਦਮ ਦਾ ਸਦਕਾ ਅੰਮ੍ਰਿਤ ਵੇਲੇ ਦੀ ਸਾਂਭ ਕਰ ਰਹੇ ਹੋ ਜੀ। ਆਓ ਮਨ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਪਾਈਏ ਜੀ। ਕੱਲ ਜੋ ਵਿਚਾਰ ਲੜੀਵਾਰ ਕਥਾ ਉਹਦੀ ਕਿਰਪਾ ਦੇ ਨਾਲ ਆਪਾਂ ਵਿਚਾਰਨਾ ਕੀਤੀ। ਗੁਰੂ ਨਾਨਕ ਸਾਹਿਬ ਜੀ ਮੱਕੇ ਮਦੀਨੇ ਪਹੁੰਚੇ ਹੋਏ ਆ ਕਾਬੇ ਦੇ ਵਿੱਚ। ਪਹਿਲਾ ਸਵਾਲ ਸੀ ਉਹਨਾਂ ਦਾ, ਕਾਜ਼ੀਆਂ ਦਾ, ਮੂਲਾਂ ਦਾ, ਕਿ ਮਨ ਨੂੰ
ਰੱਬ ਦੇ ਵੱਲ ਕਿਵੇਂ ਲਾਉਣਾ ਕਰੀਏ। ਕੱਲ ਵੀ ਬੇਨਤੀ ਕੀਤੀ ਸੀ, ਆ ਬਾਣੀ ਜਿਹੜੀ ਹੈ ਨਾ, ਇਹ ਰਾਹਦਾਰੀ ਹੈ। ਭਾਵ ਕਿ ਇੱਕ ਦਿਨ ਕੂਚ ਕਰਨਾ, ਇਹ ਦਰਗਾਹ ਦਾ ਟਿਕਟ ਹੈ, ਸਲਿੱਪ ਹੈ, ਉੱਥੇ ਅੰਦਰ ਐਂਟਰ ਹੋਣ ਦੀ ਕੋਲ ਹੋਏਗੀ ਨਾ ਇਹ, ਤਾਂ ਅੰਦਰ ਚੱਲ ਜਾਾਂਗੇ ਅਸੀਂ ਦਰਗਾਹ 'ਚ, ਨਹੀਂ ਬਾਹਰੇ ਭਟਕਾਂਗੇ। ਸਲਿੱਪ, ਰਾਹਦਾਰੀ, ਖਰਚਾ, ਟਿਕਟ ਜਿਹੜੀ ਹੈ ਦਰਗਾਹ ਦੀ, ਇਹਨੂੰ ਮਨ ਕਰਕੇ ਵਿਚਾਰੀਏ। ਮਹਾਰਾਜ ਨੇ ਫਿਰ ਉਹਨਾਂ ਨੂੰ ਸਮਝਾਇਆ ਸੀ ਕਿ ਮਨ ਨੂੰ ਕਿਵੇਂ ਲਾਉਣਾ ਰੱਬ ਵੱਲ। ਅਗਲਾ ਸਵਾਲ ਉਹਨਾਂ ਨੇ ਕੀਤਾ, ਕਹਿੰਦੇ ਰੱਬ ਕਿੰਨਾ ਕੁ ਵੱਡਾ ਹੈ ਤੇ ਰਹਿੰਦਾ ਕਿੱਥੇ ਆ, ਕਿੱਥੇ ਨਹੀਂ ਆ। ਰੱਬ ਕਿਤਨਾ ਕੁ ਵੱਡਾ ਹੈ ਤੇ ਕਿੱਥੇ ਰਹਿੰਦਾ ਹੈ। ਮਹਾਰਾਜ ਨੇ ਫਿਰ ਜਵਾਬ ਦਿੱਤਾ ਸੀ, ਭਾਈ ਜਿਸਨੂੰ ਬਾਏ ਸੁਣਾਈਏ ਸੋ ਕੇਵੜ ਕਿਤ ਥਾਏ। ਜਿਸ ਪਰਮੇਸ਼ਰ ਨੂੰ ਉਚਾਰ ਕੇ, ਮਨ ਨੂੰ ਵਰਜ ਕੇ, ਮਨ ਦਾ ਮਾਣ ਗਵਾ ਕੇ ਸੁਣਾਉਣਾ ਹੈ ਨਾ, ਉਹਨੂੰ ਕਿੰਨਾ ਕੁ ਵੱਡਾ ਕਥਨ ਕਰੀਏ, ਉਹ ਕਥਨ ਵਿੱਚ ਨਹੀਂ ਆ ਸਕਦਾ। ਕੋਈ ਮਿਣ ਨਹੀਂ ਸਕਦਾ ਕਿ ਉਹ ਕਿਤਨੇ ਕੁ ਉਕਾਰ ਵਾਲਾ ਹੈ। ਫਿਰ ਉਹਦੇ ਰਹਿਣ ਦੀ ਥਾਂ ਕੀ ਅਸੀਂ ਕਹੀਏ ਕਿ ਉਹ ਕਿਹੜੀ ਜਗ੍ਹਾ ਰਹਿੰਦਾ, ਜਿਹਦਾ ਕੋਈ ਆਕਾਰ ਹੀ ਨਹੀਂ, ਫਿਰ ਉਹਦੇ ਰਹਿਣ ਦੀ ਥਾਂ ਕਿੱਥੇ ਹੋਏਗੀ। ਉਹ ਤਾਂ ਰੋਮ ਰੋਮ ਦੇ ਵਿੱਚ ਰਮਿਆ ਹੋਇਆ, ਸਾਰੀ ਸ੍ਰਿਸ਼ਟੀ ਦੇ ਵਿੱਚ। ਸੋ ਕੇਵੜ ਕਿਤ ਥਾਏ, ਕਿੰਨਾ ਕੁ ਵੱਡਾ ਉਹ ਥਾਂ ਹੈ ਜਿੱਥੇ ਰੱਬ ਰਹਿੰਦਾ ਜੀ। ਤੇ ਗੁਰਮੁਖ ਪਿਆਰਿਓ, ਅਗਲੇ ਵਚਨ ਸਤਿਗੁਰ ਕਹਿੰਦੇ, ਭਾਈ ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵ ਲਾਏ। ਉਹ ਪਰਮਾਤਮਾ ਦੇ ਜਸ ਨੂੰ ਰਿਸ਼ੀ ਮੁਨੀ ਪੀਰ ਪੈਗੰਬਰ ਔਲੀਏ ਜਿੰਨੇ ਵੀ ਜੀਵ ਕਹਿਣ ਵਾਲੇ ਨੇ ਨਾ, ਉਹ ਸਭ ਪਰਮਾਤਮਾ ਦੇ ਜਸ ਨੂੰ ਕਹਿ ਕਹਿ ਕੇ ਉਹਦੇ ਵਿੱਚ ਬਿਰਤੀ ਲਾ ਰਹੇ ਨੇ। ਤੇ ਜਿਨ੍ਹਾਂ ਦੀ ਬਿਰਤੀ ਪਰਮੇਸ਼ਰ ਦੇ ਨਾਲ ਜੁੜ ਗਈ, ਭਾਈ ਨਾਮ ਰਸ ਦਾ ਆਨੰਦ ਆਇਆ, ਫਿਰ ਉਹਨਾਂ ਨੂੰ ਬੋਲਣ ਦਾ ਚੇਤਾ ਹੀ ਭੁੱਲ ਜਾਂਦਾ ਹੈ। ਆਖਣ ਵਾਲੇ ਜੇਤੜੇ, ਆ ਜਿੰਨੇ ਵੀ ਰੱਬ ਰੱਬ ਕਰਨ ਵਾਲੇ ਨੇ, ਪੀਰ ਪੈਗੰਬਰ ਔਲੀਏ ਰਿਸ਼ੀ ਮੁਨੀ, ਇਹ ਕਹਿ ਕਹਿ ਕੇ ਉਹਦੇ ਵਿੱਚ ਬਿਰਤੀ ਲਾ ਕੇ ਜਦੋਂ ਪ੍ਰਮਾਤਮਾ ਦੇ ਵਿੱਚ ਬਿਰਤੀ ਜੁੜ ਗਈ ਤਾਂ ਉਹ ਨਾਮ ਰਸ ਦਾ ਆਨੰਦ ਇਤਨਾ ਆ ਜਾਂਦਾ ਹੈ ਕਿ ਉਹਨਾਂ ਨੂੰ ਅਨੰਤ ਅਨੰਤ ਕਹਿਣ ਦਾ, ਵੱਡਾ ਵੱਡਾ ਕਹਿਣ ਦਾ, ਬੋਲਣ ਦਾ ਚੇਤਾ ਹੀ ਭੁੱਲ ਜਾਂਦਾ ਹੈ। ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਰਸ ਹੀ ਐਸਾ ਆਇਆ ਕਿ ਉਹ ਬੋਲ ਕੇ ਦੱਸ ਨਹੀਂ ਸਕਦੇ ਕਿ ਰੱਬ ਕਿੰਨਾ ਕੁ ਵੱਡਾ ਹੈ। ਭਾਵ ਅੰਤ ਕੋ ਪਾਹਨ ਜੋ ਗਏ, ਸੇ ਆਏ ਅੰਤ ਗਵਾਏ। ਅੰਤ ਨੂੰ ਪਾਉਣ ਚੱਲੇ, ਐਸਾ ਸਮਾਂ ਬਣ ਗਿਆ ਕਿ ਉਹ ਆਪਣੀ ਅੰਤ ਗਵਾ ਕੇ ਆ ਗਏ। ਉਹ ਨੇਤ ਨੇਤ ਕਹਿ ਕੇ, ਅਨੰਤ ਅਨੰਤ ਕਹਿ ਕੇ ਉਹਦੇ ਵਿੱਚ ਹੀ ਇਹ ਭੇਦ ਹੋ ਗਏ, ਬੋਲਣ ਜੋਗਰੇ ਰਹੀ ਨਹੀਂ। ਹੁਣ ਵੇਖੋ, ਨਦੀ ਸਮੁੰਦਰ ਵੱਲ ਜਦੋਂ ਜਾਂਦੀ ਹੈ ਕਿ ਮੈਂ ਸਮੁੰਦਰ ਦਾ ਅੰਤ ਪਾਊਂ, ਉਹਦੇ ਵਿੱਚ ਗਈ, ਉਹ ਸਮੁੰਦਰ ਦੀ ਰੂਪ ਹੋ ਗਈ, ਨਦੀ ਹੀ ਨਹੀਂ ਰਹੀ। ਬੂੰਦ ਇੱਕ ਕੱਲੀ ਜਦੋਂ ਸਮੁੰਦਰ ਵਿੱਚ ਡਿੱਗ ਗਈ
ਕਿਆ ਕਿਹੜੀ ਬੂੰਦ ਕਿੱਥੇ ਕਿਵੇਂ ਕਿੱਧਰ ਗਈ, ਉਹ ਸਮੁੰਦਰ ਦੀ ਰੂਪ ਹੋ ਜਾਂਦੀ ਆ। ਕੀ ਦੱਸੂਗੀ ਉਹ? ਇਸੇ ਤਰ੍ਹਾਂ ਗੁਰਮੁਖੋ ਨਾਮ ਦੇ ਵਿੱਚ ਐਸਾ ਅਭੇਦ ਜਦੋਂ ਕੋਈ ਹੋ ਜਾਂਦਾ ਹੈ, ਉਹ ਦੱਸਣ ਜੋਗਰਾ ਨਹੀਂ ਰਹਿੰਦਾ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜਿਸ ਤਰ੍ਹਾਂ ਗੂੰਗੇ ਨੂੰ ਗੁੜ ਖਵਾ ਕੇ ਉਹਦਾ ਸਵਾਦ ਪੁੱਛੀਏ ਤਾਂ ਉਹ ਦੱਸ ਨਹੀਂ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਰਸ ਆਇਆ ਹੈ, ਉਹ ਕੁਝ ਕਹਿ ਨਹੀਂ ਸਕਦੇ। ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਨੇ। ਇਸ ਪ੍ਰਕਾਰ ਖੁਦਾ ਅਕਥ ਹੈ, ਕਥਨ ਵਿੱਚ ਨਹੀਂ ਆਉਂਦਾ। ਫਿਰ ਕਾਜੀ ਕਹਿਣ ਲੱਗੇ, ਕਹਿੰਦੇ ਪੀਰ ਜੀ, ਗੁਰੂ ਨਾਨਕ ਸਾਹਿਬ ਨੂੰ ਪੀਰ ਕਹਿੰਦੇ ਸਨ। ਉਹ ਕਹਿੰਦੇ ਪੀਰ ਜੀ ਕੁਝ ਤਾਂ ਉਹਦੇ ਸਰੂਪ ਬਾਰੇ ਦੱਸੋ, ਕੋਈ ਨਾ ਕੋਈ ਤਾਂ ਰੱਬ ਦਾ, ਪਰਮੇਸ਼ਰ ਦਾ, ਖੁਦਾ ਦਾ, ਅੱਲਾ ਦਾ ਕੋਈ ਸਰੂਪ ਹੋਏਗਾ। ਕਾਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ। ਤੇ ਫਿਰ ਮਹਾਰਾਜ ਨੇ ਜਵਾਬ ਦਿੱਤਾ ਹੈ, ਕਹਿੰਦੇ ਬਾਬਾ ਅੱਲ੍ਹੋ ਅਗਮ ਅਪਾਰ। ਐ ਭਾਈ, ਐ ਬਾਬਾ, ਅੱਲ੍ਹੋ ਕਹੀਏ ਲਖਣ ਤੋਂ ਰਹਿਤ ਖੁਦਾ ਪਰਮਾਤਮਾ, ਅਗਮ ਅਪਾਰ ਮਨ ਦੀ ਗਮਤਾ ਤੋਂ ਪਰੇ, ਅਪਾਰ ਕਹੀਏ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਪਰਮੇਸ਼ਰ ਦਾ ਇਹੋ ਜਿਹਾ ਸਰੂਪ ਹੈ ਜਿਹਦੇ ਤੱਕ ਸਾਡੀ ਦੁਨਿਆਵੀ ਜੀਵਾਂ ਦੀ ਪਹੁੰਚ ਨਹੀਂ, ਜਿਹਦਾ ਕੋਈ ਆਕਾਰੇ ਨਹੀਂ, ਜਿਹਦੇ ਕੋਈ ਬੈਠਣ ਦੀ ਥਾਂ ਹੀ ਨਹੀਂ ਆ। ਕਿਆ ਉਹਨੂੰ ਅਸੀਂ ਕਥਨ ਕਰਾਂਗੇ? ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਬਾਬਾ ਲੋ ਅਗਮ ਅਪਾਰ, ਉਹ ਕਥਨ ਕਹਿਣ ਤੋਂ ਪਰੇ ਆ। ਤੇ ਪਾਕੀ ਨਾਈ ਪਾਕ ਥਾਏ, ਸੱਚਾ ਪਰਵਦ ਗਾਰ। ਪਰਮਾਤਮਾ ਦਾ ਨਾਈ ਕਹੀਏ ਨਾਮ, ਪਾਕੀ ਕਹੀਏ ਪਵਿੱਤਰ ਹੈ। ਉਹਦੀ ਪਾਕ ਕਹੀਏ ਪਵਿੱਤਰਤਾ ਕਿਤੋਂ ਨਹੀਂ ਆਈ, ਉਹ ਸੁਤੇ ਹੀ ਪਵਿੱਤਰ ਹੈ। ਉਹਦੀ ਨਾਈ ਮਹਿਮਾ ਵੀ ਪਵਿੱਤਰ ਹੈ। ਉਹਦਾ ਨਾਮ, ਸਰੂਪ, ਥਾਂ ਜੋ ਆ ਉਹ ਵੀ ਪਵਿੱਤਰ ਹੈ। ਇਹ ਨਹੀਂ ਕਿ ਬਾਅਦ ਵਿੱਚ ਪਵਿੱਤਰ ਬਣਿਆ, ਉਹ ਪਹਿਲੇ ਸੁਤੇ ਸਿੱਧ ਹੀ ਪਵਿੱਤਰ ਹੈ। ਕੁਰਾਨ ਕਤੇਬ ਤੇ ਪਾਕ, ਧਾਰਮਿਕ ਗ੍ਰੰਥ ਜੋ ਵੇਦ ਸ਼ਾਸਤਰ ਨੇ, ਉਹ ਕਹਿੰਦੇ ਕੁਰਾਨ ਕਤੇਬ ਤੇ ਪਾਕ ਉਹਨਾਂ ਤੋਂ ਵੀ ਉਹ ਪਵਿੱਤਰ ਹੈ। ਪਰਮੇਸ਼ਰ ਦਾ ਨਾਮ ਪਵਿੱਤਰ ਹੈ। ਉਹ ਰੱਬ ਨਾਸ ਤੋਂ ਰਹਿਤ ਹੈ ਤੇ ਪਰਵਦਗਾਰ ਕੀ ਇਹ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਜੋ ਸਾਰਿਆਂ ਦੀ ਪਾਲਣਾ ਕਰਨ ਵਾਲਾ ਸੱਚਾ ਪਰਮੇਸ਼ਰ ਹੈ, ਉਹਦੇ ਨਾਮ ਨੂੰ ਜਿਨ੍ਹਾਂ ਨੇ ਉਚਾਰਿਆ ਹੈ ਉਹ ਪਵਿੱਤਰ ਹੋ ਗਏ ਨੇ। ਜਿੱਥੇ ਬੈਠ ਕੇ ਉਚਾਰਿਆ ਹੈ ਉਹ ਥਾਂ ਵੀ ਪਵਿੱਤਰ ਹੋ ਗਿਆ। ਉਹਨਾਂ ਦਾ ਹਿਰਦਾ, ਜਿੱਥੇ ਉਹਨਾਂ ਨੇ ਰੱਬ ਦੇ ਨਾਮਣੇ ਨੂੰ ਵਸਾਉਣਾ ਕੀਤਾ, ਉਹ ਅੰਦਰ ਥਾਂ ਵੀ ਪਵਿੱਤਰ ਹੋ ਜਾਂਦੀ ਹੈ। ਭਾਵ ਬੰਦਗੀ ਨਾਮ ਬਾਣੀ ਐਸੀ ਹੈ, ਜਦੋਂ ਕਿ ਅੰਦਰ ਆਪਣੇ ਅਪਲਾਈ ਕਰ ਲੈਂਦਾ ਨਾ ਮਹਾਰਾਜ ਦੇ ਬਚਨਾਂ ਨੂੰ ਪ੍ਰੇਮੀਓ, ਉਹਦਾ ਹਿਰਦਾ ਸ਼ੁੱਧ ਹੋ ਜਾਂਦਾ। ਹਿਰਦਾ ਸ਼ੁੱਧ ਕੇ ਵੇਖੋ, ਅੰਦਰ ਤਾਂ ਹੈ ਬੰਦੇ ਦੇ ਗੰਦ, ਕਿਉਂਕਿ ਸਾਡੀ ਪੈਦਾਇਸ਼ੀ ਗੰਦਗੀ ਤੋਂ ਆ। ਮਾਂ ਕੀ ਰਕਤ ਪਿਤਾ ਬਿਦ ਧਾਰਾ, ਪੈਦਾਇਸ਼ ਸਾਡੀ ਗੰਦਗੀ ਤੋਂ ਗੰਦ ਹੀ ਨਿਕਲਣਾ। ਭਾਵ ਅੰਦਰ ਦੀ ਪਵਿੱਤਰਤਾ ਕੀ ਆ? ਸ਼ੁੱਧਤਾ ਜੋ ਕੀ ਹੈ ਅੰਦਰ ਦੀ, ਜੋ ਸਾਡੇ ਖਿਆਲਾਤ ਨੇ ਨਾ ਜੀ, ਖਿਆਲਾਤ, ਵਿਚਾਰਾਂ, ਸੋਚ ਵਿਚਾਰ ਸਾਡੀ,
ਫੁਰਨੇ ਉਹ ਸ਼ੁੱਧ ਹੋ ਜਾਣਗੇ। ਮਾੜੀ ਬਿਰਤੀ ਜਿਹੜੀ ਹੈ ਨਾ, ਖਿਆਲਾਤ ਜਿਹੜੇ ਨੇ ਮਾੜੇ, ਉਹ ਅੰਦਰੋਂ ਭੱਜ ਜਾਂਦੇ ਆ। ਅੰਦਰ ਦੀ ਜਿਹੜੀ ਮਲੀਨਤਾ ਹੈ ਖਤਮ ਹੋ ਜਾਂਦੀ ਹੈ। ਜੋ ਬੁਰੇ ਕਰਮ ਨੇ ਨਾ ਜੀ, ਕਰ ਕਿਰਪਾ ਮਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਰੱਬ ਨੇ ਅੰਦਰੋਂ ਬੁਰੇ ਖਿਆਲ ਜਿਹੜੇ ਨੇ ਸਾਡੇ ਕੱਢ ਦੇਣੇ ਨੇ। ਬਿਰਤੀ ਸ਼ੁੱਧ ਹੋ ਜਾਏਗੀ, ਵਿਚਾਰਾਂ ਨਿਰਮਲ ਹੋ ਜਾਣਗੀਆਂ, ਸੋਚਣਾ ਬੰਦੇ ਦਾ ਨਿਰਮਲ ਹੋ ਜਾਏਗਾ, ਗੰਦਾ ਨਹੀਂ ਸੋਚਣਾ ਹੁੰਦਾ। ਪਵਿੱਤਰ ਉਹ ਜਗ੍ਹਾ ਵੀ ਪਵਿੱਤਰ ਹੋ ਜਾਂਦੀ ਹੈ। ਤੇ ਤੇਰਾ ਹੁਕਮ ਨਾ ਜਾਪੀ ਕੇਤੜਾ, ਲਿਖ ਨਾ ਜਾਣੈ ਕੋਏ। ਕਹਿੰਦੇ ਐ ਪ੍ਰਮਾਤਮਾ ਜੀ, ਤੇਰਾ ਹੁਕਮ ਕਿੰਨਾ ਕੁ ਵੱਡਾ ਹੈ, ਇਹ ਕੋਈ ਨਹੀਂ ਜਾਣ ਸਕਦਾ। ਤੇਰਾ ਹੁਕਮ ਨਾ ਜਾਪੀ ਕੇਤੜਾ, ਮਾਲਕ ਦਾ ਹੁਕਮ ਕਿੰਨਾ ਕੁ ਵੱਡਾ ਹੈ, ਲਿਖ ਨਾ ਜਾਣੈ ਕੋਈ। ਕੋਈ ਨਹੀਂ ਲਿਖ ਸਕਦਾ, ਕੋਈ ਨਹੀਂ ਦੱਸ ਸਕਦਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਕਾਜੀ ਕਹਿਣ ਲੱਗੇ, ਕਹਿੰਦੇ ਮਹਾਰਾਜ ਪੀਰ ਜੀ, ਜੇ ਕੋਈ ਗੱਲ ਨਹੀਂ ਨਾ ਕਹੀ ਜਾ ਸਕਦੀ, ਜੇ ਕੋਈ ਗੱਲੇ ਕਹੀਏ ਨਹੀਂ ਜਾ ਸਕਦੀ, ਤਾਂ ਫਿਰ ਉਹ ਲਿਖ ਕੇ ਬਿਆਨ ਕੀਤੀ ਜਾ ਸਕਦੀ। ਜੇ ਤੁਸੀਂ ਕਹਿ ਨਹੀਂ ਨਾ ਸਕਦੇ, ਕਾਜੀ ਕਹਿੰਦੇ ਜੇ ਤੁਸੀਂ ਗੱਲ ਕੋਈ ਕਹਿ ਨਹੀਂ ਨਾ ਸਕਦੇ, ਕਹੀ ਨਾ ਜਾ ਸਕਦੀ ਹੋਵੇ, ਵੀ ਕੋਈ ਹੁੰਦੀ ਹੈ ਗੁਪਤ ਰੱਖਣ ਵਾਲੀ, ਕਹਿ ਨਹੀਂ ਸਕਦੇ ਜੀਭ ਤੋਂ, ਜਾਂ ਬਿਆਨ ਨਹੀਂ ਕਰ ਸਕਦੇ, ਉਹ ਲਿਖ ਕੇ ਤਾਂ ਬਿਆਨ ਕੀਤੀ ਜਾ ਸਕਦੀ ਹੈ, ਲਿਖ ਕੇ। ਇਸ ਲਈ ਪਰਮੇਸ਼ਰ ਦੇ ਹੁਕਮ ਨੂੰ ਲਿਖ ਕੇ ਦੱਸ ਦਿਓ, ਲਿਖ ਕੇ ਦੱਸ ਦਿਓ, ਲਿਖਤ ਕਰਕੇ ਕੋਈ। ਤਾਂ ਕਹਿੰਦੇ ਨੇ ਕਿ ਲਿਖ ਕੇ ਵੀ ਕੋਈ ਉਹਦੇ ਹੁਕਮ ਨੂੰ ਨਹੀਂ ਜਾਣ ਸਕਦਾ। ਭਾਵ ਕੋਈ ਉਹਦੇ ਜਸ ਨੂੰ ਲਿਖਣਾ ਜਾਣਦਾ ਹੀ ਨਹੀਂ। ਭਾਵ ਜੇ ਸਾਰੀ ਧਰਤੀ ਦਾ ਕਾਗਜ਼ ਬਣਾ ਕੇ ਬਨਸਪਤੀ ਦੀਆਂ ਕਲਮਾਂ ਬਣਾ ਲਈਏ, ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਕੇ ਗਣੇਸ਼ ਵਰਗੇ ਲਿਖਾਰੀ ਲਿਖਣ ਲੱਗ ਜਾਣ, ਜਾਂ ਪਾਉਣ ਦੀ ਤਰ੍ਹਾਂ ਕਲਮ ਲਿਖਣ ਬੈਠ ਜਾਵੇ ਤੇ ਸੁਰਸਤੀ ਕਥ ਕਰਨ ਲੱਗ ਜਾਵੇ, ਤਾਂ ਵੀ ਉਹਦਾ ਜਸ ਨਹੀਂ ਲਿਖਿਆ ਜਾ ਸਕਦਾ। ਕਾਜੀ ਕਹਿਣ ਲੱਗੇ, ਕਹਿੰਦੇ ਮਹਾਰਾਜ ਕਵੀ ਲੋਕ ਤਾਂ ਪ੍ਰਮਾਤਮਾ ਦੇ ਜਸ ਨੂੰ ਕਹਿ ਸਕਦੇ ਹੋਣਗੇ, ਕਿਉਂਕਿ ਉਹ ਵਿਦਵਾਨ ਹੁੰਦੇ ਨੇ। ਜਿਹੜੇ ਕਵੀ ਨੇ, ਰਚਨਾਵਾਂ ਲਿਖਦੇ ਨੇ, ਕਵਿਤਾਵਾਂ ਲਿਖਦੇ ਆ, ਉਹ ਤਾਂ ਕਹਿ ਸਕਦੇ ਹੋਣਗੇ ਰੱਬ ਦੇ ਜਸ ਨੂੰ। ਮਹਾਰਾਜ ਨੇ ਵਚਨ ਕੀਤਾ, ਭਾਈ ਜੇ 100 ਸ਼ਾਇਰ ਮੇਲੀ ਐ, ਤਿਲ ਨਾ ਪੁਜਾਵੇ ਰੋਏ। ਕਹਿੰਦੇ ਜੇ ਬਾਲਮੀਕ, ਜੋ ਬ੍ਰਹਮਾ ਦੇ ਅਵਤਾਰ ਮੰਨੇ ਜਾਂਦੇ ਨੇ, ਤੇ ਰਾਮਚੰਦਰ ਜੀ ਦੇ ਆਉਣ ਦਾ ਜੋ ਭਾਵ, ਉਹਦੇ ਆਉਣ ਤੋਂ ਪਹਿਲਾਂ 10,000 ਸਾਲ ਪਹਿਲਾਂ ਰਾਮਾਇਣ ਉਹਨੇ ਲਿਖ ਦਿੱਤੀ ਸੀ ਬਾਲਮੀਕ ਨੇ। ਵਸ਼ਿਸ਼ਟ ਮੁਨੀ, ਬਿਆਸ ਮੁਨੀ, ਜਿਨ੍ਹਾਂ ਨੇ 18 ਪੁਰਾਣ ਜਿਹੜੇ ਆ ਲਿਖਣਾ ਕੀਤੇ, 18 ਪੁਰਾਣਾਂ ਦੀ ਰਚਨਾ ਕੀਤੀ, ਉਹਨਾਂ ਵਰਗੇ ਵੱਡੇ ਵੱਡੇ ਜੋ ਸ਼ਾਇਰ ਕਵੀ ਮੰਨੇ ਜਾਂਦੇ ਨੇ, ਜੇ ਇਹੋ ਜਿਹੇ ਸੈਂਕੜੇ ਕਵੀ ਇਕੱਠੇ ਕਰ ਲਈਏ, ਤਾਂ ਤਿਲ ਮਾਤਰ ਵੀ ਉਹਦੀ ਰੋਏ ਕਹੀਏ ਸੋਭਾ ਨਹੀਂ ਉਹ ਕਹਿ ਸਕਦੇ, ਉਹਦੀ ਸੋਭਾ ਤੱਕ ਨਹੀਂ ਪੁੱਜ ਸਕਣਗੇ। ਬਾਣੀ ਦੁਆਰਾ ਕਥਨ ਕਰਦੇ ਤਿਲ ਮਾਤਰ ਵੀ ਉਹਦੀ ਸੋਭਾ ਨਹੀਂ ਕਹੀ ਜਾ ਸਕਦੀ, ਉਹਦੀ ਸੋਭਾ ਤੱਕ ਨਹੀਂ ਪੁੱਜ ਸਕਦੇ।
ਨਿਰੰਕਾਰ ਦੇ ਸਰੂਪ ਵਿੱਚ ਮਾਇਆ ਤਿਲ ਮਾਤਰ ਹੈ ਅਤੇ ਇਹ ਵਿਦਵਾਨ ਕਵੀ ਮਾਇਆ ਦੀ ਸੋਭਾ ਤੱਕ ਨਹੀਂ ਪਹੁੰਚ ਸਕਦੇ। ਫਿਰ ਪ੍ਰਮਾਤਮਾ ਤਾਂ ਬੜੀ ਦੂਰ ਦੀ ਗੱਲ ਹੈ। ਜਦੋਂ ਪਰਮੇਸ਼ਰ ਦੇ ਸੋਭਾ ਤੱਕ ਤਿਲ ਮਾਤਰ ਵੀ ਨਾ ਪਹੁੰਚ ਸਕੇ ਤਾਂ ਬੈਰਾਗਵਾਨ ਹੋ ਕੇ ਉਹ ਕਹਿੰਦੇ ਨੇ ਕਿ ਪ੍ਰਮਾਤਮਾ ਤੂੰ ਬੇਅੰਤ ਹੈ। ਜਦੋਂ ਉਹਦੇ ਤੱਕ ਨਾ ਪਹੁੰਚ ਹੋਵੇ ਤਾਂ ਵਾਹ ਵਾਹ ਨਿਕਲਦਾ ਕਿ ਰੱਬਾ ਤੂੰ ਬੇਅੰਤ ਹੈ। ਉੱਥੇ ਫਿਰ ਸਾਡੇ ਕੋਲ ਕੋਈ ਜਦੋਂ ਗੱਲ ਹੁੰਦੀ ਹੈ ਨਾ, ਤਾਰੀਫ ਤੋਂ ਪਰੇ ਹੁੰਦੀ ਹੈ ਕੋਈ ਗੱਲ, ਅਸੀਂ ਬਸ ਉੱਥੇ ਚੁੱਪ ਕਰ ਜਾਈਏ ਕਿ ਕੀ ਕਹੀਏ, ਕੋਈ ਸ਼ਬਦ ਹੀ ਨਹੀਂ ਤਾਰੀਫ ਦੇ। ਕੀਮਤ ਕਿਨੇ ਨਾ ਪਾਈ ਆ, ਸਭ ਸੁਣ ਸੁਣ ਆਖੈ ਸੋਏ। ਐਸੇ ਬੇਅੰਤ ਪ੍ਰਮਾਤਮਾ ਦੀ ਕਿਸੇ ਨੇ ਵੀ ਅੱਜ ਤੱਕ ਕੀਮਤ ਨਹੀਂ ਪਾਈ ਤੇ ਨਾ ਹੀ ਕੋਈ ਪਾ ਸਕਦਾ। ਵੇਦ ਕਿਤਾਬਾਂ ਸ਼ਾਸਤਰਾਂ ਤੇ ਪ੍ਰਭੂ ਪਿਆਰਿਆਂ ਕੋਲੋਂ ਸੁਣ ਸੁਣ ਕੇ ਇਹ ਸਾਰੇ ਉਹਦੀ ਸੋਭਾ ਨੂੰ ਕਹਿੰਦੇ ਨੇ। ਪੀਰ ਪਕਾਮਰ ਸਾਲਕ ਸਾਧਕ ਸੋਹਦੇ ਔਰ ਸ਼ਹੀਦ। ਪੀਰ ਕਹੀਏ ਮੁਸਲਮਾਨਾਂ ਦੇ ਮੁਰਸ਼ਦ ਅਖਵਾਉਣ ਵਾਲੇ, ਪੈਗੰਬਰ ਕਹੀਏ ਪੈਗੰਬਰ ਆਕਾਸ਼ ਤੋਂ ਭਾਵ ਖੁਦਾ ਦਾ ਪੈਗਾਮ ਸੁਨੇਹਾ ਲਿਆਉਣ ਵਾਲੇ ਜਿਹੜੇ ਆ। ਜਿਸ ਪ੍ਰਕਾਰ ਕੁਰਾਨ ਦੀ ਰਚਨਾ ਹੋਈ, ਕੁਰਾਨ ਕੁਰਆਨ, ਕੁਰ ਕਹੀਏ ਬਾਣੀ, ਆਨ ਕਹੀਏ ਆਕਾਸ਼, 1,24,000 ਪੈਗੰਬਰ ਅਤੇ 1,000 ਖਲੀਫਾ ਮੰਨਿਆ। ਮੁਹੰਮਦ ਸਾਹਿਬ ਨੂੰ ਆਖਰੀ ਪੈਗੰਬਰ ਉਹ ਮੰਨਦੇ ਨੇ। ਸਾਲਕ ਕਹੀਏ ਗਿਆਨਵਾਨ, ਅਖਵਾਉਣ ਵਾਲੇ ਸਾਧਕ ਕਹੀਏ ਸਿਦਕ ਭਰੋਸੇ ਵਾਲੇ, ਮੁਰੀਦ ਅਖਵਾਉਣ ਵਾਲੇ ਜਿਹੜੇ ਨੇ। ਸੋਧੇ ਕਹੀਏ ਅਲਵੇਲੇ ਫਕੀਰ, ਗਰੀਬ ਪੋਠੋ ਹਾਰ ਵਿੱਚ ਗਰੀਬ ਨੂੰ ਸੁਹਦ ਕਹਿੰਦੇ ਨੇ। ਔਰ ਅਤੇ ਸ਼ਹੀਦ ਕਹੀਏ ਧਰਮ ਯੁੱਧ ਵਿੱਚ ਸਨਮੁਖ ਲੜ ਕੇ ਪ੍ਰਾਣ ਤਿਆਗਣ ਵਾਲੇ। ਸੋਧੇ ਧਰਮ ਦੇ ਸਾਖੀ ਅਤੇ ਸ਼ਹੀਦ ਧਰਮ ਵੀਰ। ਸੇਖ ਮਸਾਇਖ ਕਾਜੀ ਮੁੱਲਾ, ਦਰ ਦਰ ਵੇਸ ਰਸੀਦ। ਸੇਖ ਭਾਵ ਮੁਸਲਮਾਨਾਂ ਵਿੱਚ ਸਰਬ ਉੱਚ ਜਾਤੀ ਵਾਲੇ, ਜਿਸ ਤਰ੍ਹਾਂ ਹਿੰਦੂਆਂ ਦੇ ਵਿੱਚ ਬ੍ਰਾਹਮਣ ਉੱਚ ਜਾਤੀ ਵਾਲੇ ਮੰਨੇ ਜਾਂਦੇ ਆ, ਇਸੇ ਤਰ੍ਹਾਂ ਮੁਸਲਮਾਨ ਵੀਰਾਂ ਦੇ ਵਿੱਚ ਸਿੱਖਾਂ ਨੂੰ ਉੱਚੀ ਜਾਤੀ ਵਾਲੇ ਮੰਨਿਆ ਜਾਂਦਾ ਹੈ। ਸੇਖ ਕਹੀਏ ਬਜ਼ੁਰਗ, ਹਿੰਦੂਆਂ ਤੋਂ ਮੁਸਲਮਾਨ ਹੋਏ ਨੂੰ ਸੇਖ ਵੀ ਕਹਿੰਦੇ ਨੇ। ਮਸਾਇਕ ਕਹੀਏ ਮਿਹਨਤਾਂ ਕਰਨ ਵਾਲੇ, ਮੁਸ਼ੱਕਤਾਂ ਕਰਨ ਵਾਲੇ ਫਕੀਰ ਲੋਕ ਜਿਹੜੇ ਨੇ। ਕਾਜੀ ਜਿਹੜੇ ਨਿਆਂ ਕਰਨ ਵਾਲੇ ਨੇ, ਸਰਾ ਦੀ ਵਿਵਸਥਾ ਦੱਸ ਕੇ ਕਿ ਸਰਾ ਇਉਂ ਕਹਿੰਦੀ ਹੈ, ਫਤਵੇ ਲਾਉਣ ਵਾਲੇ ਕਿ ਸਰਾ ਦਾ ਆ ਫਤਵਾ ਇਹ ਨਿਜਮ ਨੇ, ਗਿਆਨ ਦੇਣ ਵਾਲੇ। ਮੁੱਲਾ ਮੁਲਾਣੇ, ਉਹਨਾਂ ਦਾ ਕੀ ਕੰਮ ਹੁੰਦਾ ਹੈ? ਜੋ ਬੱਚਿਆਂ ਤਾਈਂ ਮਦਰਸਿਆਂ ਵਿੱਚ ਪੜ੍ਹਾਉਣ ਵਾਲੇ ਜਾਂ ਮੁਰਦਿਆਂ ਨੂੰ ਦਬਾਉਣ ਵਾਲੇ, ਨਾਲ ਜਾਣ ਵਾਲੇ ਜਿਹੜੇ ਨੇ। ਇਹਨਾਂ ਸਾਰਿਆਂ ਵਿੱਚੋਂ ਵੀ ਜੋ ਪਰਮਾਤਮਾ ਦੇ ਦਰ ਕਹੀਏ ਦਰਵਾਜ਼ੇ ਦੇ ਫਕੀਰ ਨੇ, ਦਰਵੇਸ਼ ਕੂਕਰ ਦੀ ਨਿਆਈ ਪਰਮੇਸ਼ਰ ਦੇ ਦਰ ਦੇ ਵਿੱਚ ਰਹਿੰਦੇ ਨੇ। ਜੋ ਗਿਆਨ ਰੂਪ ਦਰਵਾਜ਼ੇ ਵਿੱਚ ਅਵੇਸ਼ ਕਹੀਏ ਪ੍ਰਵੇਸ਼ ਕਰਕੇ ਉਸ ਦਰਵਾਜ਼ੇ ਵਿੱਚੋਂ ਲੰਘ ਕੇ ਪਰਮਾਤਮਾ ਦੇ ਸਰੂਪ ਰੂਪੀ ਦਰ ਤੇ ਰਸੀਦ ਕਹੀਏ ਉਹ ਪਹੁੰਚ ਜਾਂਦੇ ਨੇ। ਬਰਕਤ ਤਿਨ ਕੋ ਅਗਲੀ, ਪੜ੍ਹਦੇ ਰਹਿਣ ਦਰੂਦ। ਭਾਵੇਂ ਪਰਮਾਤਮਾ ਨੇ ਉਹਨਾਂ ਨੂੰ ਅਗਲੀ ਕਹੀਏ
ਬਹੁਤੀਆਂ ਬਰਕਤਾਂ ਦਿੱਤੀਆਂ ਨੇ, ਭਾਵ ਬੇਅੰਤ ਸ਼ਕਤੀਆਂ ਬਖਸ਼ੀਆਂ ਨੇ, ਪਰ ਫਿਰ ਵੀ ਪਰਮਾਤਮਾ ਦਾ ਅੰਤ ਨਹੀਂ ਉਹ ਪਾ ਸਕਦੇ। ਸਾਰੇ ਕਹੀਏ ਦਰੂਦ ਦਰੂਦ, ਜਿਵੇਂ ਗੁਰਮਤਿ ਵਿੱਚ ਕੜਾਹ ਪ੍ਰਸ਼ਾਦ ਦੇ ਕੋਲ ਸ੍ਰੀ ਅਨੰਦ ਸਾਹਿਬ ਜੀ ਦਾ ਸੰਪੂਰਨ ਪਾਠ 40 ਪੌੜੀਆਂ ਵਾਲਾ ਪੜ੍ਹਿਆ ਜਾਂਦਾ ਹੈ। ਇਸੇ ਪ੍ਰਕਾਰ ਸੁਲਤਾਨ ਪੀਰ ਦੇ ਪੁਜਾਰੀ ਰੋਟ ਅਰਪਣ ਸਮੇਂ ਕੁਝ ਸਤੋਤਰ ਪੜ੍ਹਦੇ ਨੇ, ਉਹਨਾਂ ਨੂੰ ਦਰੂਦ ਕਹਿੰਦੇ ਨੇ। ਉਹ ਜਿਹੜੇ ਪੁਜਾਰੀ ਨੇ, ਜਿਹੜੋ ਰੋਟ ਵੇਖਿਆ ਹੋਵੇਗਾ ਸਭ ਨੇ, ਮੁਸਲਮਾਨ ਧਰਮ ਦੇ ਵਿੱਚ ਉਹ ਸੁਲਤਾਨ ਪਕਾਉਂਦੇ ਆ, ਉਹਦੇ ਕੋਲ ਜੋ ਸਤੋਤਰ ਪੜ੍ਹਦੇ ਨੇ ਉਹਨੂੰ ਦਰੂਦ ਕਹਿੰਦੇ ਨੇ। ਤੇ ਗੁਰਮੁਖ ਪਿਆਰਿਓ, ਉਹ ਕਹਿੰਦੇ ਉਹ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ। ਸਾਰੇ ਦਰੂਦ ਭਾਵ ਜੋ ਪੜ੍ਹਿਆ ਜਾਂਦਾ ਹੈ, ਬੇਨਤੀ ਦੇ ਪ੍ਰਾਰਥਨਾ ਦੇ ਸ਼ਬਦ ਪੜ੍ਹਦੇ ਨੇ, ਕਿਤਾਬਾਂ ਨੂੰ ਪੜ੍ਹ ਕੇ ਦਰੂਦ ਕਹੀਏ ਬੇਨਤੀਆਂ ਉਹ ਕਰਦੇ ਰਹਿੰਦੇ ਨੇ। ਤੇ ਉਹ ਫਿਰ ਆਖਣ ਲੱਗੇ, ਕਹਿੰਦੇ ਪੀਰ ਜੀ ਕੀ ਖੁਦਾ ਪੈਗੰਬਰਾਂ ਤੇ ਕਾਜੀ ਮੁਲਾਣਿਆਂ ਜਾਂ ਹੋਰ ਜੋ ਵੀ ਨੇ ਖੁਦਾ ਖੁਦਾ ਕਰਨ ਵਾਲੇ, ਉਹਨਾਂ ਦੇ ਵੱਸ ਵਿੱਚ ਨਹੀਂ ਆ। ਜੋ ਕਾਜੀ ਨੇ, ਮੁੱਲਾ ਨੇ, ਜਿਹੜੇ ਪੈਗੰਬਰ ਨੇ ਰੱਬ ਦੇ ਬਣੇ ਹੋਏ, ਉਹ ਉਹਨਾਂ ਦੇ ਵੱਸ ਵਿੱਚ ਨਹੀਂ। ਮਹਾਰਾਜ ਨੇ ਫਿਰ ਵਚਨ ਕੀਤਾ, ਕਹਿੰਦੇ ਭਾਈ ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਦੇਵੈ ਲੇ। ਪਰਮਾਤਮਾ ਸੁਤੰਤਰ ਹੈ, ਉਹ ਕਿਸੇ ਦੀ ਪਕੜ ਵਿੱਚ ਨਹੀਂ ਜੀ ਆਉਂਦਾ। ਉਹ ਕਿਸੇ ਪੀਰ ਪੈਗੰਬਰ ਆਦਿ ਨੂੰ ਪੁੱਛ ਕੇ ਨਾ ਤਾਂ ਸੰਸਾਰ ਨੂੰ ਪੈਦਾ ਕਰਦਾ, ਪੁੱਛ ਨਾ ਸਾਜੋ, ਪੁੱਛ ਕੇ ਨਹੀਂ ਸਾਜਦਾ। ਵੀ ਉਹ ਮੀਤ ਨਾ ਮਸਲਤ ਧਰੈ, ਜੋ ਕਿਛ ਕਰੇ ਸੋ ਆਪੇ ਕਰੇ। ਉਹ ਕਿਸੇ ਨਾਲ ਸਲਾਹ ਨਹੀਂ ਜੀ ਕਰਦਾ। ਉਹ ਕਿਸੇ ਨੂੰ ਪੁੱਛ ਕੇ ਸੰਸਾਰ ਨੂੰ ਪੈਦਾ ਨਹੀਂ ਕਰਦਾ। ਪੁੱਛਣਾ ਢਾਹੈ, ਨਾ ਹੀ ਪੁੱਛ ਕੇ ਸੰਸਾਰ ਨੂੰ ਉਹ ਨਾਸ ਕਰਦਾ, ਨਾ ਹੀ ਪੁੱਛ ਕੇ ਕਿਸੇ ਨੂੰ ਉਹ ਦਾਤ ਦਿੰਦਾ, ਨਾ ਹੀ ਪੁੱਛ ਕੇ ਪੁੱਛ ਨਾ ਦੇਵੈ ਲੇ, ਨਾ ਪੁੱਛ ਕੇ ਦਿੰਦਾ, ਨਾ ਪੁੱਛ ਕੇ ਲੈਂਦਾ ਦਾਤਾਂ। ਤੇ ਨਾਲੇ ਜੇ ਉਹ ਏਦਾਂ ਪੁੱਛਣ ਲੱਗ ਗਿਆ, ਤੂੰ ਜਾਣਾ ਸੰਸਾਰ ਚ ਜਾਂ ਤੂੰ ਸੰਸਾਰ ਚੋਂ ਜਾਣਾ, ਕਿਹਦਾ ਜੀ ਕਰਦਾ, ਕਿਹੜਾ ਮੈਨੂੰ ਵੀ ਹਾਂ ਮੈਨੂੰ ਲੈ ਜਾ। ਹਰ ਇੱਕ ਬੰਦਾ ਭੱਜਦਾ। ਬਾਣੀ ਕਹਿੰਦੀ ਹੈ ਸਰਫੈ ਸਰਫੈ ਸਦਾ ਸਦਾ ਏਵੇਂ ਗਈ ਵਿਹਾਏ। ਨਾਨਕ ਕਿਸ ਨੂੰ ਆਖੀ ਹੈ, ਬਿਨ ਪੁੱਛਿਆ ਹੀ ਲੈ ਜਾਏ। ਕਿਹਨੂੰ ਕਹੀਏ? ਉਹਦਾ ਬਿਨ ਪੁੱਛੀਏ ਲੈ ਕੇ ਜਾਊ। ਸਲਾਹ ਥੋੜੀ ਜਿਹੀ ਕਰਨੀ ਉਹਨੇ। ਉਹ ਇਹ ਥੋੜੀ ਦੇਖਦਾ ਕਿ ਬੰਦੇ ਦੇ ਕੰਮ ਰਹਿੰਦੇ ਨੇ, ਬੜੀਆਂ ਜ਼ਿੰਮੇਵਾਰੀਆਂ ਨੇ, ਬੱਚੇ ਨਿਆਣੇ ਨੇ, ਬੜੇ ਕੰਮ ਧੰਦੇ ਪਏ ਆ, ਉਹਨੇ ਥੋੜੀ ਪੁੱਛਣਾ। ਨਾਲੇ ਕਿਹੜਾ ਕਹੂਗਾ ਵੀ ਮੈਨੂੰ ਲੈ ਜਾ ਇੱਥੇ? ਜਿਹੜਾ ਬੰਦਾ 100 ਤੋਂ ਲੰਘਿਆ ਨਾ, ਉਹ ਵੀ ਨਹੀਂ ਕਹਿੰਦਾ ਕਿ ਮੈਨੂੰ ਲੈ ਜਾ ਬਜ਼ੁਰਗਾਂ ਨਾਲੇ। ਤੇ ਗੁਰਮੁਖੋ, ਸੰਸਾਰ ਵਿੱਚ ਜਿਹੜਾ ਆਉਣਾ ਹੈ ਉਹ ਵੀ ਉਹ ਪੁੱਛਦਾ ਨਹੀਂ, ਭੇਜਦਾ ਬਸ। ਘੱਲੇ ਆਵੇ ਉਹ ਘੱਲਦਾ, ਸੱਦੇ ਉੱਠੀ ਜਾਏ। ਜਿੱਦੇ ਉਹ ਸੱਦ ਲੈਂਦਾ ਵੀ ਆ ਜਾ ਸੱਜਣਾ, ਉਹਦੇ ਜਾਣਾ ਪਊ। ਸਾਡਾ ਕੋਈ ਕੰਮ ਧੰਦਾ ਰਹਿੰਦਾ ਜਾਂ ਨਾ ਰਹਿੰਦਾ, ਉਹ ਸਾਡੀਆਂ ਗੱਲਾਂ ਨੇ, ਇੱਥੇ ਹੀ ਰਹਿ ਜਾਂਦਾ ਸਭ ਕੁਛ। ਬੜੀਆਂ ਜ਼ਿੰਮੇਵਾਰੀਆਂ ਨੇ, ਉਹ ਨਹੀਂ ਵੇਖਦਾ। ਉਹ ਮਰਜ਼ੀ ਆ ਉਹਦੀ, ਜਦੋਂ ਮਰਜ਼ੀ ਸੱਦ ਲੈ। ਉਹ ਨਾ ਪੁੱਛ ਕੇ ਭੇਜਦਾ ਤੇ ਨਾ ਪੁੱਛ ਕੇ ਲੈ ਕੇ ਜਾਂਦਾ। ਉਹਦੀ ਮਰਜ਼ੀ ਆ, ਉਹਦੀ ਇੱਛਾ ਹੈ। ਪੁੱਛਣਾ ਦੇ ਵੇਲੇ ਨਾ ਉਹ ਪੁੱਛ ਕੇ ਦਾਤਾਂ ਦਿੰਦਾ, ਨਾ ਪੁੱਛ ਕੇ ਉਹ ਖੋਹਦਾ ਕਿਸੇ ਤੋਂ। ਆਪਣੀ ਕੁਦਰਤ ਆਪੇ ਜਾਣੈ, ਆਪੇ ਕਰਨ ਕਰੇ। ਉਹ ਪਰਮਾਤਮਾ ਆਪਣੀ ਕੁਦਰਤ ਕਹੀਏ ਸ਼ਕਤੀ ਨੂੰ ਆਪ ਹੀ ਜਾਣਦਾ,
ਪਰਮਾਤਮਾ ਆਪ ਹੀ ਸੰਸਾਰ ਰੂਪੀ ਕਾਗਜ਼ ਦੇ ਕਾਰਜ ਜਿਹੜਾ ਸੰਸਾਰ ਦਾ ਕਰਨ ਵਾਲਾ ਹੈ। ਆਪ ਹੀ ਸੰਸਾਰ ਨੂੰ ਪੈਦਾ ਕਰਨ ਵਾਲੇ ਕਾਰਨਾਂ ਨੂੰ ਕਰਨ ਵਾਲਾ ਹੈ। ਆਪ ਹੀ ਕਾਰਨ ਰੂਪ ਤਿੰਨ ਗੁਣ ਉਹਨੇ ਪੈਦਾ ਕੀਤੇ ਆ। ਫਿਰ ਆਪ ਹੀ ਉਹਨਾਂ ਦੁਆਰਾ ਸੂਖਸ਼ਮ ਤੇ ਅਸਥੂਲ ਤਤ ਰਚ ਕੇ ਸੰਸਾਰ ਪੈਦਾ ਉਹਨੇ ਕੀਤਾ ਹੈ। ਇਉਂ ਸਾਰੇ ਕਾਰਨਾਂ ਨੂੰ ਉਹ ਆਪ ਹੀ ਕਰਦਾ ਹੈ। ਉਹਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ। ਸਭਨਾ ਵੇਖੈ ਨਦਰ ਕਰ, ਜੈ ਭਾਵੈ ਤੈ ਦੇ। ਸਭ ਕੁਛ ਉਹ ਆਪ ਕਰਨ ਵਾਲਾ ਕਿ ਇੱਕ ਸੰਸਾਰ ਇੱਕ ਭੰਡਾਰੇ ਕਲਾਏ ਦੀ ਦੀਵਾਨ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਬਹੁਤ ਆਇਓ ਬੇਡਾਨ। ਉਹ ਵੇਂਦਾ ਉਹਨਾਂ ਨੂੰ, ਰੱਬ ਵੇਖ ਰਿਹਾ ਉਹ ਸ਼ਕਤੀਆਂ ਨੂੰ, ਪਰ ਉਹਨਾਂ ਨੂੰ ਦਿਖਦੇ ਹੀ ਨਹੀਂ ਕਿ ਕਾਰਨ ਕਰਾਉਣ ਵਾਲਾ ਕੋਈ ਮਾਲਕ ਅੱਡ ਹੈ। ਇੱਕ ਓੰਕਾਰ, ਓਂ ਦੇ ਵਿੱਚ ਤਿੰਨੇ ਸ਼ਕਤੀਆਂ ਨੇ। ਇੱਕ ਦੇ ਮੂਹਰੇ, ਓਂ ਦੇ ਮੂਹਰੇ ਇੱਕ ਤੋਂ ਮੂਹਰੇ ਕੁਛ ਨਹੀਂ ਆ। ਉਹ ਇੱਕ ਹੈ, ਸ੍ਰਿਸ਼ਟੀ ਦੀ ਪੈਦਾਇਸ਼ ਕਰਨ ਵਾਲਾ, ਲਿਜਾਣ ਵਾਲਾ। ਇਸ ਕਰਕੇ ਗੁਰਮੁਖੋ ਉਸ ਮਾਲਕ ਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ। ਉਹ ਬੇਅੰਤ ਹੈ। ਬਸ ਉਹਨੂੰ ਅਸੀਂ ਬੇਅੰਤ ਵਾਹ ਵਾਹ ਹੀ ਕਹਿ ਸਕਦੇ, ਹੋਰ ਕੁਛ ਨਹੀਂ ਜੀ। ਆਓ ਭੁੱਲਾਂ ਤੋਂ ਖਿਮਾ, ਇੱਥੇ ਸਮਾਪਤੀ ਹੈ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ